ਮੇਰੇ ਤਾਂ 5-7 ਜਿਹੜੇ ਸ਼ੇਰ ਹੈਗੇ ਨੇ ਸਾਰੇ ਸੁਣ ਕੇ ਉਹ ਦਾਦ ਹੀ ਦਿੰਦਾ ਰਿਹਾ। ਇੰਜ ਵਰਿਆਂ ਤੋਂ ਮੂੰਹ ਨੂੰ ਤਾਲੇ ਲੱਗੇ ਨੇ, ਬੁੱਲਾਂ ਤੋਂ ਸੰਗ ਤੀਕਰ ਜਾਲੇ ਲੱਗੇ ਨੇ। ਗੱਲ ਕਰਨੀ ਤੇ ਸੀਨਾ ਚੀਰ ਕੇ ਰੱਖ ਦੇਣਾ, ਕੁਝ ਲੋਕਾਂ ਨੂੰ ਜਿਬ ਨਹੀਂ ਫਾਲੇ ਲੱਗੇ ਨੇ। ਮੈਂ ਪੰਜਾਬੀ ਸ਼ਾਇਰੀ ਨੂੰ ਤਕਰੀਬਨ ਇਸ ਗੱਲੋਂ ਤਰਕ ਕਰ ਦਿੱਤਾ ਕਿ ਤਜਮਲ ਨੂੰ ਸੁਣਨ ਦਾ ਹੋਰ ਹੀ ਮਜ਼ਾ ਸੀ ਤੇ ਆਪ ਕਹਿਣ ਦਾ ਉਹ ਮਜ਼ਾ ਨਹੀਂ ਸੀ। ਉਰਦੂ ਗਜ਼ਲ ਦਾ ਵੀ ਉਹ ਕਮਾਲ ਸ਼ਾਇਰ ਸੀ, ਕੋਈ ਦੂਜੀ ਰਾਏ ਨਹੀਂ ਗੀ। ਤਜਮਲ ਨੇ ਕੀਤਾ ਕਿ ਇੱਕ ਯਕਸੂਈ ਨਾਲ ਇੱਕ ਪਾਸੇ ਖਤਮ ਕਰ ਦਿੱਤਾ। ਇਹ ਉਹਦਾ ਫੈਸਲਾ ਸੀ ਤੇ ਠੀਕ ਸੀ। ਜਿਸ ਲੈਵਲ ਤੇ ਅੱਜ ਉਹਨੂੰ ਵੇਖਿਆ, ਸਮਝਿਆ, ਪੜ੍ਹਿਆ ਤੇ ਗੱਲ ਕੀਤੀ ਜਾ ਰਹੀ ਹੈ, ਉਹ ਲੈਵਲ ਤੇ ਨਹੀਂ ਸੀ ਆ ਸਕਦਾ। ਕੀ ਬਾਤ। ਮਨੀਰ ਨਿਆਜ਼ੀ ਸਾਹਿਬ ਉਹਨਾਂ ਨੇ ਗੱਲ ਕੀਤੀ ਸੀ ਤੇ ਤਜਮਲ ਨੇ ਫੈਸਲਾ ਕੀਤਾ ਵੀ ਇੱਕ ਕਿਸ਼ਤੀ ਡੋਬ ਹੀ ਦਈਏ। ਉਹਨੇ ਵਾਕਿਆ ਨਹਿਰ 'ਚ ਡੋਬ ਦਿੱਤੀ। ਤਜਮਲ ਨੇ ਉਹ ਗੱਲ ਸੁਣ ਕੇ ਕਿ ਉਹਨੇ ਫੈਸਲਾ ਕੀਤਾ ਕਿ ਮੈਂ ਆਪਦੀ ਮਾਂ ਬੋਲੀ ਨੂੰ ਜਿਹੜਾ ਉਲਾਮਾ ਮਿਲਿਆ ਮੈਂ ਉਲਾਮਾ ਨਹੀਂ ਲੈਣ ਦੇਣਾ। ਕੁਝ ਵੀ ਵੱਡੇ ਨਾਂ ਨਹੀਂ ਦਿੰਦੇ, ਉੱਚੇ ਰੁੱਖ ਨੇ ਛਾਂ ਨਹੀਂ ਦਿੰਦੇ। ਮਾੜਾ ਹੈ ਤੇ ਦਿਲ ਤੇ ਸਹਿਲਾ ਹੈ, ਤਗੜੇ ਲੋਕ ਨਿਆਂ ਨਹੀਂ ਦਿੰਦੇ। ਬੜਾ ਇੱਕ ਅੱਛਾ ਤੇ ਕੀਮਤੀ ਵਕਤ ਸੀ। ਤਜਮਲ ਹੁੰਦਾ ਸੀ, ਅਸੀਂ ਹੁੰਦੇ ਸਾਂ। ਸਾਡਾ ਤਾਂ ਉਹ ਅੱਖ ਦਾ ਤਾਰਾ ਸੀ, ਸਾਡੇ ਸ਼ਹਿਰ ਦੀ ਸ਼ਾਨ ਸੀ, ਜਿਹਨੇ ਹੁਣ ਪੰਜਾਬੀ ਜ਼ੁਬਾਨ ਦੀ ਤੇ ਪੰਜਾਬ ਦੀ ਸ਼ਾਨ ਵਧਾਈ, ਪੂਰੀ ਦੁਨੀਆ ਦੇ ਵਿੱਚ ਲੋਕਾਂ ਮੰਨਿਆ। ਤਜਮਲ ਕਲੀਮ ਉਹ ਸ਼ਾਇਰ ਹੈ ਜਿੰਦਾ ਹਰ ਸ਼ੇਰ ਅਨਮੁੱਲਾ ਆਪਣੀ ਥਾਂ। ਦਿਨ ਤੇ ਗਿਣ ਮੈਂ ਮਰ ਜਾਣਾ, ਤੇਰੇ ਬਿਨ ਮੈਂ ਮਰ ਜਾਣਾ। ਮੈਂ ਗੁੱਡੀ ਦੇ ਕਾਗਜ਼ ਵਰਗਾ, ਤੂੰ ਕਿਨਵੇਂ ਮੈਂ ਮਰ ਜਾਣਾ। ਪੰਜਾਬ ਦੀ ਧਰਤੀ ਨੇ ਉਹ ਸੂਰਮਾ ਕਦੋਂ ਜੰਮਣਾ ਹੈ ਜਿਨਨੇ ਜਾ ਕੇ ਇਹ ਦਾਅਵਾ ਕਰਨਾ ਹੈ ਜਾਂ ਲੋਕਾਂ ਦੇ ਬਾਰੇ ਗੱਲ ਕਰਨੀ ਹੈ ਕਿ ਤਜਮਲ ਕਲੀਮ ਤੋਂ ਬਾਅਦ ਪੰਜਾਬੀ ਸ਼ਾਇਰੀ 'ਚ ਗਜ਼ਲ ਦੇ ਵਿੱਚ ਇਹ ਸ਼ਾਇਰ ਆਇਆ ਹੈ। ਉਸ ਵੇਲੇ ਨੂੰ ਵੇਲਾ ਵੀ ਉਡੀਕਦਾ, ਆਪਾਂ ਵੀ ਉਡੀਕੀਏ। ਹੁਣ ਅਸੀਂ ਇਹ ਪੁੱਛਾਂਗੇ ਕਿ ਤੁਹਾਡਾ ਉਹ ਕਿਹੜਾ ਕਲਾਮ ਸੀ ਜਿਹਨੂੰ ਜਿਹੜੀ ਹੈ ਉਸਤਾਦ ਤਜਮਲ ਕਲੀਮ ਹੋਰਾਂ ਕੋਲ ਯਾਨੀ ਸਭ ਤੋਂ ਜ਼ਿਆਦਾ ਦਾਦ ਲੱਗੀ ਹੋਵੇ ਜਾਂ ਉਹਨਾਂ ਬੜੀ ਤਾਰੀਫ ਕੀਤੀ ਹੋਵੇ? ਮੇਰੇ ਤਾਂ 5-7 ਜਿਹੜੇ ਸ਼ੇਰ ਹੈਗੇ ਨੇ ਸਾਰੇ ਸੁਣ ਕੇ ਉਹ ਦਾਦ ਹੀ ਦਿੰਦਾ ਰਿਹਾ। ਉਹਦੇ 'ਚ ਇੱਕ ਮਤਲਬ ਸੀ ਕਿ ਇੰਜ ਵਰਿਆਂ ਤੋਂ ਮੂੰਹ ਨੂੰ ਤਾਲੇ ਲੱਗੇ ਨੇ, ਬੁੱਲਾਂ ਤੋਂ ਸੰਗ ਤੀਕਰ ਜਾਲੇ ਲੱਗੇ ਨੇ। ਗੱਲ ਕਰਨੀ ਤੇ ਸੀਨਾ ਚੀਰ ਕੇ ਰੱਖ ਦੇਣਾ, ਕੁਝ ਲੋਕਾਂ ਨੂੰ ਜਿਬ ਨਹੀਂ ਫਾਲੇ ਲੱਗੇ ਨੇ। ਤੇ ਭਾਵੇਂ ਅਖਬਾਰਾਂ ਤੇ ਚਮਕਣ ਰੋਜ਼ ਪਏ, ਮੈਨੂੰ ਅੱਜ ਦੇ ਸੂਰਜ ਕਾਲੇ ਲੱਗੇ ਨੇ। ਇਹ ਇਹਦੇ ਨਾਲ ਦੂਸਰੀ ਇੱਕ ਗਜ਼ਲ ਹੈਗੀ ਸੀ ਵੀ ਕੋਈ ਯਾਦ ਸੀ ਦਿਲ ਉੱਤੇ ਖੈਣ ਲੱਗੀ ਤੇ ਮੈਂ ਰੋਕ ਦਿੱਤਾ। ਕੋਈ ਯਾਦ ਸੀ ਦਿਲ ਉੱਤੇ ਖੈਣ ਲੱਗੀ ਤੇ ਮੈਂ ਰੋਕ ਦਿੱਤਾ। ਦੱਬੇ ਖਾਬਾਂ ਤੋਂ ਮਿੱਟੀ ਸੀ ਲੈਣ ਲੱਗੀ ਤੇ ਮੈਂ ਰੋਕ ਦਿੱਤਾ। ਸਾਰੇ ਕਹਿੰਦੇ ਸੀ ਹੜ੍ਹ ਨੇ ਡੋਬ ਦਿੱਤਾ ਮੇਰੇ ਖਾਬ ਦਾ ਘਰ। ਅੱਖ ਹੋਰ ਕਹਾਣੀਆਂ ਕਹਿਣ ਲੱਗੀ ਤੇ ਮੈਂ ਰੋਕ ਦਿੱਤਾ। ਕਾਲੀ ਰਾਤ ਦੇ ਮੱਥੇ ਤੇ ਨਾ ਤੇਰਾ ਮੈਂ ਉਲੀਕ ਆਇਆ। ਕਾਲੀ ਰਾਤ ਦੇ ਮੱਥੇ ਤੇ ਨਾ ਤੇਰਾ ਮੈਂ ਉਲੀਕ ਆਇਆ। ਸੁਬਾ ਉਹਦੇ ਬਰਾਬਰ ਜੇ ਬਹਿਣ ਲੱਗੀ ਤੇ ਮੈਂ ਰੋਕ ਦਿੱਤਾ। ਤੇ ਕਿੰਨੇ ਦੁੱਖਾਂ ਦੇ ਸੱਪਾਂ ਨੇ ਸਿਰ ਚੁੱਕੇ ਤੇਰੀ ਆਵਾਜ਼ ਉੱਤੇ। ਕਿੰਦੇ ਸੁੱਖਾਂ ਦੀ ਕੁੱਲੀ ਸੀ ਟਹਿਣ ਲੱਗੀ ਤੇ ਮੈਂ ਰੋਕ ਦਿੱਤਾ। ਪੀਲੇ ਫੁੱਲਾਂ ਦੀ ਰੁੱਤ ਸਈਦ ਸਦਾ ਮੇਰੇ ਨਾਲ ਰਹੀ। ਨਵੀਂ ਰੁੱਤ ਜੇ ਮੇਰੇ 'ਚ ਰਹਿਣ ਲੱਗੀ ਤੇ ਮੈਂ ਰੋਕ ਦਿੱਤਾ। ਛੋਟੀ ਬੈਰ ਦੇ ਬੇਸਿਕਲੀ ਮੈਂ ਪੰਜਾਬੀ ਸ਼ਾਇਰੀ ਨੂੰ ਤਕਰੀਬਨ ਇਸ ਗੱਲੋਂ ਤਰਕ ਕਰ ਦਿੱਤਾ ਕਿ ਤਜਮਲ ਨੂੰ ਸੁਣਨ ਦਾ ਹੋਰ ਹੀ ਮਜ਼ਾ ਸੀ ਤੇ ਆਪ ਕਹਿਣ ਦਾ ਉਹ ਮਜ਼ਾ ਨਹੀਂ ਸੀ। ਤੇ ਖ਼ਾਸ ਤੌਰ ਤੇ ਛੋਟੀ ਬੈਰ ਨੂੰ ਤਾਂ ਬਿਲਕੁਲ ਹੀ ਤਰਕ ਕਰ ਦਿੱਤਾ। ਕੁਝ ਵੀ ਵੱਡੇ ਨਾਂ ਨਹੀਂ ਦਿੰਦੇ, ਉੱਚੇ ਰੁੱਖ ਨੇ ਛਾਂ ਨਹੀਂ ਦਿੰਦੇ। ਮਾੜਾ ਹੈ ਤੇ ਦਿਲ ਤੇ ਸਹਿਲਾ ਹੈ, ਤਗੜੇ ਲੋਕ ਨਿਆਂ ਨਹੀਂ ਦਿੰਦੇ। ਇਹ ਐਸੇ ਸ਼ੇਰ ਸਨ ਜਿਹੜੇ ਤਜਮਲ ਕਲੀਮ ਨੂੰ ਬਹੁਤ ਜ਼ਿਆਦਾ ਪਸੰਦ ਸਨ ਤੇ ਉਹ
ਅਕਸਰ ਹੁੰਦਾ ਸੀ ਕਿ ਜਦੋਂ ਅਸੀਂ ਇਕੱਠੇ ਬਹਿੰਦੇ ਸਾਂ ਗੱਪਸ਼ਪ ਲਾਉਂਦੇ ਸੀ ਤਾਂ ਉਹਨੇ ਕਿਹਾ ਭਾਈਜਾਨ ਆਹ ਤਾਂ 2 ਵਾਰੀ ਸ਼ੇਰ ਸੁਣਾ ਦੇ ਅੱਜ, ਅਤੇ ਅਸੀਂ ਤਾਂ ਉਹਦੇ ਕੋਲੋਂ ਸੁਣਦੇ ਹੀ ਰਹਿੰਦੇ ਸਾਂ, ਜਾਂਦੇ ਹੀ ਉਹਦੇ ਕੋਲ ਇਸ ਗੱਲੋਂ ਸਾਂ ਕਿ ਬਈਏ ਸੁਣੀਏ। ਅਤੇ ਬੜਾ ਇੱਕ ਅੱਛਾ ਅਤੇ ਕੀਮਤੀ ਵਕਤ ਸੀ, ਤਜਮਲ ਹੁੰਦਾ ਸੀ, ਅਸੀਂ ਹੁੰਦੇ ਸਾਂ। ਸਾਡੀ ਇੱਕ ਫਰਮਾਇਸ਼ ਹੈ ਜਨਾਬ ਕਿ ਉਸਤਾਦ ਤਜਮਲ ਕਲੀਮ ਦਾ ਜਿਹੜਾ ਮਕਬੂਲੇ ਆਮ ਕਲਾਮ ਹੈ, ਦਿਨ ਤੇ ਦਿਨ ਮੈਂ ਮਰ ਜਾਣਾ ਹੈ, ਤੇਰੇ ਬਿਨ ਮੈਂ ਮਰ ਜਾਣਾ ਹੈ, ਇਹਦੇ ਬਾਰੇ ਕੋਈ ਕੀ ਕਹਿ ਸਕਦਾ। ਇਹ ਅੱਗੇ ਵੀ ਮੈਂ ਗਿਲਨ ਸਾਹਿਬ ਤੁਹਾਨੂੰ ਗੁਜ਼ਾਰਿਸ਼ ਕੀਤੀ, ਤਜਮਲ ਕਲੀਮ ਉਹ ਸ਼ਾਇਰ ਹੈ ਜਿੰਦਾ ਹਰ ਸ਼ੇਰ ਅਨਮੁੱਲਾ ਆਪਣੀ ਥਾਂ 'ਤੇ ਵੇ। ਇਹਦੇ 'ਚ ਤਾਂ ਉਹਨੇ ਮੌਤ ਨੂੰ ਹਰ ਸ਼ੇਰ 'ਚ ਇੰਝ ਪਰੋ ਛੱਡਿਆ ਕਿ ਜਿਵੇਂ ਸਾਹਮਣੇ ਬਹਿ ਕੇ ਉਹ ਕੋਈ ਆਪਦੀ ਮੌਤ ਦਾ ਨਜ਼ਾਰਾ ਕਰਦਾ ਪਿਆ। ਦਿਨ ਤੇ ਗਿਨ ਮੈਂ ਮਰ ਜਾਣਾ ਈ, ਤੇਰੇ ਬਿਨ ਮੈਂ ਮਰ ਜਾਣਾ ਈ। ਇਹ ਐਸਾ ਮਤਲਬ ਹੈ ਜਿਹੜਾ ਸੁਨੇਗਾ ਉਹ ਸਮਝੇਗਾ ਸ਼ਾਇਦ ਮੇਰੇ ਵਾਸਤੇ ਵੇ। ਤੇਰੇ ਬਿਨ ਮੈਂ ਮਰ ਜਾਣਾ ਈ, ਜਿਸ ਦਿਨ ਮੈਥੋਂ ਕੰਡ ਕਰਨੀ ਹੈ ਉਸੇ ਦਿਨ ਮੈਂ ਮਰ ਜਾਣਾ ਈ। ਮੈਂ ਗੁੱਡੀ ਦੇ ਕਾਗਜ਼ ਵਰਗਾ, ਤੂੰ ਕਿਨਮਿਨ ਮੈਂ ਮਰ ਜਾਣਾ ਈ। ਮੇਰੇ ਕੱਦ ਨੂੰ ਤੋਲ ਰਿਹਾ ਹੈ, ਤੋਲ ਨਾ ਮਿਨ ਮੈਂ ਮਰ ਜਾਣਾ ਈ। ਇਹ ਇਸ ਸ਼ੇਰ 'ਤੇ ਨਾ ਮੈਂ ਤੁਹਾਡੀ ਤਵੱਜੋ ਹੋਰ ਤਰ੍ਹਾਂ ਵੇਖਾਂ। ਜਦੋਂ ਕਹਿੰਦਾ ਨਾ ਕਿ ਮੇਰੇ ਕੱਦ ਨੂੰ ਤੋਲ ਰਿਹਾ ਹੈ, ਤੋਲ ਨਾ ਮਿਨ, ਮਿਨ ਕਿਸ ਤਰ੍ਹਾਂ? ਅੱਲਾਹ ਪਾਕ ਉਹਦੇ ਦਰਜਾਤ ਬੁਲੰਦ ਕਰੇ, ਅਗਲੀਆਂ ਮੰਜ਼ਲਾਂ ਸੌਖੀਆਂ ਕਰੇ। ਉਹ ਲੰਮਾ ਪਿਆ 6 ਫੁੱਟ 2 ਇੰਚ ਦਾ ਬੰਦਾ, ਉਹਨੂੰ ਮਿਲਣਾ ਸੌਖਾ ਕੰਮ ਹੈ। ਕਹਿੰਦਾ ਤੋਲ ਨਾ ਮਿਨ ਮੈਂ ਮਰ ਜਾਣਾ ਈ। ਮਰੇ ਨੂੰ ਤਾਂ ਤੁਸੀਂ ਤੋਲਦੇ ਨਹੀਂ ਜੇ। ਅੱਲਾਹ ਤਾਲਾ ਨੇ ਇੱਕ ਹੀ ਤਜਮਲ ਬਣਾਇਆ ਸੀ। ਤਜਮਲ ਪੰਜਾਬੀ ਸ਼ਾਇਰੀ, ਪੰਜਾਬੀ ਗਜ਼ਲ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਗੇਮਾਂ ਦੇ ਰਿਕਾਰਡ ਕਹਿੰਦੇ ਜੇ ਕਿ ਫਲਾਂ ਰਿਕਾਰਡ ਹੈ, ਫਲਾਂ ਬੰਦੇ ਦਾ ਇਹ ਰਿਕਾਰਡ ਹੈ, ਉਹਨੇ ਇੰਨੀ ਦੇਰ 'ਚ ਇੰਨਾ ਸਪ੍ਰਿੰਟ ਲਾਈ ਹੈ, ਫਲਾਂ ਨੇ ਫਲਾਂ ਇਨਿੰਗਸ ਦੇ ਵਿੱਚ ਇੰਨਾ ਸਕੋਰ ਕੀਤਾ ਹੈ, ਔਰ ਉਹ ਵਰਲਡ ਰਿਕਾਰਡ ਬਣਦੇ ਨੇ ਅਤੇ ਬੜੀ ਦੇਰ ਕਾਇਮ ਰਹਿੰਦੇ ਨੇ। ਤਜਮਲ ਦਾ ਰਿਕਾਰਡ ਇੱਕ ਵਰਲਡ ਰਿਕਾਰਡ ਹੈ ਪੰਜਾਬੀ ਦੀ ਗਜ਼ਲ ਸ਼ਾਇਰੀ ਦੇ ਵਿੱਚ। ਰਿਕਾਰਡ ਯਕੀਨਨ ਟੁੱਟਣ ਵਾਸਤੇ ਬਣਦੇ ਨੇ, ਲੇਕਿਨ ਜਿੱਥੇ ਜਾ ਕੇ ਤਜਮਲ ਨੇ ਇਹ ਆਪਦਾ ਰਿਕਾਰਡ ਗੱਢਿਆ ਹੈ, ਜਿੱਡੀ ਦੂਰ ਉਹਨੇ ਆਪਦਾ ਮਾਲੀ ਗੱਡੀ ਹੈ, ਉਹਨੂੰ ਪੱਟਣ ਵਾਸਤੇ ਕੋਈ ਚੰਗਾ ਸੂਰਮਾ ਜੰਮੇਗਾ। ਇਹ ਧਰਤੀ ਕਦੋਂ ਜੰਮਦੀ ਹੈ? ਪੰਜਾਬ ਦੀ ਧਰਤੀ ਨੇ ਉਹ ਸੂਰਮਾ ਕਦੋਂ ਜੰਮਣਾ ਹੈ ਜਿਹਨੇ ਜਾ ਕੇ ਇਹ ਦਾਅਵਾ ਕਰਨਾ ਹੈ ਜਾਂ ਲੋਕਾਂ ਦੇ ਬਾਰੇ ਗੱਲ ਕਰਨੀ ਹੈ ਕਿ ਤਜਮਲ ਕਲੀਮ ਤੋਂ ਬਾਅਦ ਪੰਜਾਬੀ ਸ਼ਾਇਰੀ 'ਚ ਗਜ਼ਲ ਦੇ ਵਿੱਚ ਇਹ ਸ਼ਾਇਰ ਆਇਆ ਹੈ। ਉਸ ਵੇਲੇ ਨੂੰ ਵੇਲਾ ਵੀ ਉਡੀਕਦਾ, ਆਪਾਂ ਵੀ ਉਡੀਕੀਏ। ਅੱਛਾ, ਮੈਂ ਤਜਮਲ ਕਲੀਮ ਸਾਹਿਬ ਦਾ ਇੰਟਰਵਿਊ ਕੀਤਾ ਸੀ ਉਹਨਾਂ ਦੀ ਇੰਤਕਾਲ ਤੋਂ ਪਹਿਲੇ, ਅਤੇ ਉਹਦੇ 'ਚ ਉਹਨਾਂ ਨੇ ਮੁਨੀਰ ਨਿਆਜ਼ੀ ਦੇ ਇੰਟਰਵਿਊ ਦਾ ਜ਼ਿਕਰ ਕੀਤਾ ਔਰ ਕਿਹਾ ਕਿ ਜਦੋਂ ਉਹਨਾਂ ਨੇ ਪੰਜਾਬੀ ਦੇ ਬਾਰੇ ਕਿਹਾ ਕਿ ਇਸ ਜ਼ਮੀਨ 'ਤੇ ਕੋਈ ਜਦੀਦ ਗਜ਼ਲ ਨਹੀਂ ਕਹੀ ਜਾ ਸਕਦੀ, ਪੰਜਾਬੀ ਜ਼ੁਬਾਨ ਹੀ ਐਸੀ ਨਹੀਂ, ਅਤੇ ਉਹਨਾਂ ਨੂੰ ਬੜਾ ਜਿਹੜਾ ਗੁੱਸਾ ਲੱਗਿਆ ਔਰ ਉਹਨਾਂ ਨੇ ਚੈਲੰਜ ਸਮਝ ਕੇ ਅਤੇ ਪੰਜਾਬੀ 'ਚ ਫਿਰ ਜਦੀਦ ਗਜ਼ਲ ਕਹਿਣੀ ਸ਼ੁਰੂ ਕੀਤੀ। ਅਤੇ ਨਾਲ ਹੀ ਉਹਨਾਂ ਕਿਹਾ ਕਿ ਮੈਂ ਇਹਦੇ ਰੱਦੇ ਅਮਲ 'ਚ ਆਪਣਾ ਜਿੰਨਾ ਉਰਦੂ ਦਾ ਲਿਖਿਆ ਕਲਾਮ ਸੀ ਉਹ ਮੈਂ ਨਹਿਰਾਂ 'ਚ ਸਿੱਟਿਆ, ਅਤੇ ਤਾਂ ਕਿ ਮੈਂ ਪੰਜਾਬੀ ਦੇ ਉੱਤੇ ਫੋਕਸ ਕਰਾਂ। ਅਤੇ ਤੁਸੀਂ ਇਹ ਦੱਸੋ ਵੀ ਉਸਤਾਦ ਤਜਮਲ ਕਲੀਮ ਨੇ ਆਪਣਾ ਉਰਦੂ ਕਲਾਮ ਜਿਹੜਾ ਹੈ ਉਹ ਤਰਕ ਕਰਕੇ ਜਾਂ ਉਹਨੂੰ ਇਸ ਤਰ੍ਹਾਂ ਜ਼ਾਇਆ ਕਰਕੇ ਸੁੱਟ ਕੇ ਠੀਕ ਕੀਤਾ ਸੀ? ਦੇਖੋ, ਜਦੋਂ ਕੋਈ ਸਪੈਸ਼ਲਿਸਟ ਹੁੰਦਾ ਨਾ ਜੀ, ਉਹ ਆਲਰਾਊਂਡਰ ਨਹੀਂ ਹੁੰਦਾ। ਦੁਨੀਆ 'ਤੇ ਤੁਸੀਂ ਜਿੰਨੇ ਵੀ ਲੋਕ ਵੇਖੋਗੇ, ਜਿਹੜੀ ਵੀ
ਜਿਹੜੀ ਵੀ ਜਗ੍ਹਾ ਤੇ ਨੇ, ਜਿਹੜੇ ਵੀ ਏਰੀਆ ਦੇ ਵਿੱਚ ਉਹਨਾਂ ਦਾ ਕੰਮ ਹੈ, ਉਹ ਇੰਨਾ ਹੀ ਹੈ ਕਿ ਉਹ ਉਸ ਕੰਮ ਦਾ ਸਪੈਸ਼ਲਿਸਟ ਹੁੰਦਾ ਹੈ। ਆਲ ਰਾਊਂਡਰਸ ਵੀ ਗਿਣੇ ਜਾਂਦੇ ਨੇ, ਲੇਕਿਨ ਉਹ ਐਡੇ ਸਪੈਸ਼ਲਿਸਟ ਹੋ ਕੇ ਕਦੀ ਨਹੀਂ ਗਿਣੇ ਗਏ ਕਿ ਇਹ ਬੜਾ ਬੌਲਰ ਹੈ, ਇਹ ਬੜਾ ਫੀਲਡਰ ਹੈ, ਇਹ ਬੜਾ ਫਲਾਂ ਹੈ, ਇਹ ਨਿਜ਼ਾਬਾਜ਼ੀ ਦੇ ਵਿੱਚ ਬੜਾ ਤਾਕ ਹੈ। ਇੱਕ ਏਰੀਆ ਹੁੰਦਾ ਜਿਹਦੇ 'ਚ ਲੋਕ ਅਬੂਰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਕਮਾਲੇ ਫਨ ਮਿਲਦਾ ਹੈ। ਤਜਮਲ ਨੇ ਕੀਤਾ ਕਿ ਇੱਕ ਯਕਸੂਈ ਨਾਲ ਇੱਕ ਪਾਸੇ ਖਤਮ ਕਰ ਦਿੱਤਾ। ਇਹ ਉਹਦਾ ਫੈਸਲਾ ਸੀ ਤੇ ਠੀਕ ਸੀ। ਅਗਰ ਉਹ ਦੋਵੇਂ ਪਾਸੇ ਲੱਗਾ ਰਹਿੰਦਾ, ਪੰਜਾਬ ਉਰਦੂ ਗਜ਼ਲ ਦਾ ਵੀ ਉਹ ਕਮਾਲ ਸ਼ਾਇਰ ਸੀ, ਕੋਈ ਦੂਜੀ ਰਾਏ ਨਹੀਂ ਗੀ, ਲੇਕਿਨ ਅਗਰ ਉਹ ਦੋਵੇਂ ਪਾਸੇ ਲੱਗਾ ਰਹਿੰਦਾ ਤੇ ਜਿਸ ਕਮਾਲੇ ਫਨ ਤੇ ਅੱਜ ਉਹਦੀ ਗੱਲ ਹੁੰਦੀ ਪਈ ਹੈ, ਜਿਸ ਲੈਵਲ ਤੇ ਅੱਜ ਉਹਨੂੰ ਵੇਖਿਆ, ਸਮਝਿਆ, ਪੜ੍ਹਿਆ ਤੇ ਗੱਲ ਕੀਤੀ ਜਾ ਰਹੀ ਹੈ, ਉਹ ਲੈਵਲ ਤੇ ਨਹੀਂ ਸੀ ਆ ਸਕਦਾ। ਔਰ ਮੈਂ ਸਮਝਦਾ ਮਨੀਰ ਨਿਆਜ਼ੀ ਸਾਹਿਬ ਪਾਕਿਸਤਾਨ ਦੇ ਇੱਕ ਬਹੁਤ ਵੱਡਾ ਕੱਦਾਵਰ ਨਾਮ, ਅੱਲਾਹ ਤਾਲਾ ਮਗਫਰਤ ਕਰੇ ਉਹਨਾਂ ਦੀ, ਉਹਨਾਂ ਨੇ ਗੱਲ ਕੀਤੀ ਸੀ ਤੇ ਇਸ ਸੈਂਸ 'ਚ ਹੀ ਕੀਤੀ ਹੋਏਗੀ ਕਿ ਪੰਜਾਬੀ ਸ਼ਾਇਰੀ, ਖਾਸ ਤੌਰ ਤੇ ਗਜ਼ਲ, ਇਸ ਤੋਂ ਪਿੱਛੇ ਵੇਖ ਲਈਏ ਬੜੇ ਬੜੇ ਨਾਂ ਨੇ ਪੰਜਾਬੀ ਸ਼ਾਇਰੀ ਦੇ ਵਿੱਚ, ਲੇਕਿਨ ਉਹਨਾਂ ਨੇ ਨਾਲ ਉਰਦੂ ਸ਼ਾਇਰੀ ਵੀ ਕੀਤੀ। ਜਿਹਨੇ ਨਹੀਂ ਵੀ ਕੀਤੀ ਉਹਨੇ ਪੰਜਾਬੀ ਨੂੰ ਇੰਜ ਕਬੂਲੇ ਆਮ ਦੀ, ਪੰਜਾਬੀ ਗਜ਼ਲ ਨੂੰ ਇੰਜ ਕਬੂਲੇ ਆਮ ਦੀ ਸਨਦ ਨਹੀਂ ਦਿੱਤੀ, ਕਿਉਂਕਿ ਗਜ਼ਲ ਪੰਜਾਬੀ ਸ਼ਾਇਰੀ ਦੀ ਅਸਨਾਫ ਦੇ ਵਿੱਚ ਕਿਤੇ ਅਵੇਲੇਬਲ ਹੀ ਨਹੀਂ ਸੀ। ਇਹ ਜਦੋਂ ਇੱਧਰ ਲਿਆਂਦੀ ਗਈ ਤੇ ਤਜਮਲ ਨੇ ਉਹ ਗੱਲ ਸੁਣ ਕੇ ਤੇ ਕਿੰਨੀ ਅੱਛੀ ਇੱਕ ਤੁਹਾਡੇ ਸੋਚੋ ਤੇ ਦਿਲ ਨੂੰ ਗੱਲ ਲੱਗਦੀ ਹੈ, ਕਿੰਨੀ ਅੱਛੀ ਗੱਲ ਲੱਗਦੀ ਹੈ ਕਿ ਉਹਨੇ ਫੈਸਲਾ ਕੀਤਾ ਕਿ ਮੈਂ ਆਪਦੀ ਮਾਂ ਬੋਲੀ ਨੂੰ ਜਿਹੜਾ ਉਲਾਮਾ ਮਿਲਿਆ ਮੈਂ ਉਲਾਮਾ ਨਹੀਂ ਲੈਣ ਦੇਣਾ। ਇਹ ਬਹੁਤ ਵੱਡੀ ਗੱਲ ਸੀ। ਇਹ ਉਹ ਬੰਦੇ ਨੇ ਜਿਹੜੇ ਇੱਕ ਇਨਕਲਾਬੀ ਤਬੀਅਤ ਦੇ ਮਾਲਕ ਹੁੰਦੇ ਨੇ, ਜਿਹੜੇ ਲੋਕ ਕਿਸੇ ਵੀ ਗੱਲ ਨੂੰ ਚੈਲੰਜ ਸਮਝ ਕੇ ਕਬੂਲ ਕਰ ਸਕਦੇ ਨੇ, ਜਿਹੜੇ ਲੋਕ ਚੈਲੰਜ ਕਬੂਲ ਕਰਕੇ ਤੇ ਉਹਦੇ ਤੇ ਪੂਰਾ ਲੈਣ ਦੀ ਤਾਕਤ ਰੱਖਦੇ ਨੇ ਔਰ ਉਹ ਮਿਹਨਤ ਕਰਦੇ ਨੇ ਤੇ ਅੱਲਾਹ ਤਾਲਾ ਕਬੂਲ ਕਰਕੇ ਤੇ ਉਹਨਾਂ ਨੂੰ ਉਸ ਜਗ੍ਹਾ ਦੇ ਉੱਤੇ ਰੱਖ ਦਿੰਦਾ ਹੈ ਜਿਸ ਜਗ੍ਹਾ ਦੇ ਉਹ ਮੁਸਤਹਿਕ ਹੁੰਦੇ ਨੇ। ਅੱਜ ਮਨੀਰ ਨਿਆਜ਼ੀ ਸਾਹਿਬ ਵੀ ਨਹੀਂ ਹੈਗੇ ਤੇ ਤਜਮਲ ਵੀ ਨਹੀਂ ਹੈਗਾ। ਮਨੀਰ ਨਿਆਜ਼ੀ ਸਾਹਿਬ ਨੇ ਜੋ ਕੁਝ ਕਹਿ ਦਿੱਤਾ ਸ਼ਾਇਰੀ ਦੇ ਵਿੱਚ ਉਹ ਵੀ ਕਮਾਲ ਕਹਿ ਦਿੱਤਾ, ਲੇਕਿਨ ਪੰਜਾਬੀ ਸ਼ਾਇਰੀ 'ਚੋਂ ਬਾਵਜੂਦ ਇਸ ਦੇ ਕਿ ਇੱਕ ਦੋ ਚੀਜ਼ਾਂ ਅੱਛੀਆਂ ਉਹਨਾਂ ਦੀਆਂ ਅਵੇਲੇਬਲ ਨੇ, ਮੇਰਾ ਬਹੁਤ ਸਾਰਾ ਨੌਲੇਜ ਨਹੀਂ ਹੈਗਾ ਉਹਨਾਂ ਦੇ ਬਾਰੇ, ਲੇਕਿਨ ਚੂੰਕਿ ਉਹਨਾਂ ਨੇ ਖੁਦ ਇਹ ਗੱਲ ਕੀਤੀ ਔਰ ਮੇਰੀ ਮੌਜੂਦਗੀ 'ਚ ਵੀ ਇੱਕ ਵਾਰੀ ਇਹ ਤਬਸਰਾ ਉਹਨਾਂ ਨੇ ਫਰਮਾਇਆ, ਸੋ ਮੈਂ ਸਮਝਣਾ ਵਾਂ ਕਿ ਉਹ ਤਬਸਰਾ ਉਹਨਾਂ ਨੇ ਇਸ ਗੱਲੋਂ ਕੀਤਾ ਕਿ ਉਹ ਉਰਦੂ ਦੇ ਬਹੁਤ ਇੱਕ ਵੱਡੇ ਮਾਰੂ ਸ਼ਾਇਰ ਸਨ ਤੇ ਉਹਨਾਂ ਨੇ ਅਗਰ ਉਹਨਾਂ ਨੂੰ ਵੀ ਕਰਨੀ ਪੈਂਦੀ ਪੰਜਾਬੀ ਦੇ ਵਿੱਚ ਏਡੀ ਮਾਰੂ ਸ਼ਾਇਰੀ ਤੇ ਉਹਨਾਂ ਨੂੰ ਉਹ ਪਾਸਾ ਛੱਡਣਾ ਪੈਣਾ ਸੀ। ਤੇ ਬੇਸ਼ੱਕ ਵਕਤ ਦੋ ਪਾਸਿਆਂ ਦੇ ਵਿੱਚ ਤਕਸੀਮ, ਜਿਵੇਂ ਅਸੀਂ ਆਨੇ ਦੋ ਕਿਸ਼ਤੀਆਂ 'ਚ ਪੈਰ ਰੱਖਣ ਵਾਲਾ ਪਾਰ ਨਹੀਂ ਹੁੰਦਾ, ਤੇ ਤਜਮਲ ਨੇ ਫੈਸਲਾ ਕੀਤਾ ਵੀ ਇੱਕ ਕਿਸ਼ਤੀ ਡੋਬ ਹੀ ਦਈਏ, ਉਹਨੇ ਵਾਕਿਆ ਹੀ ਨਹਿਰ 'ਚ ਡੋਬ ਦਿੱਤੀ। ਸਰਾਂ ਸਾਹਿਬ ਇਹ ਦੱਸੋ ਵੀ ਉਸਤਾਦ ਤਜਮਲ ਕਰੀਮ ਜੇ ਵੱਡੇ ਸ਼ਾਇਰ ਤੇ ਮੰਨੇ ਪਰਮੰਨੇ ਸ਼ਾਇਰ ਜਿਹੜੇ ਨੇ, ਉਹਨਾਂ ਦੇ ਇੰਤਕਾਲ ਤੋਂ ਬਾਅਦ ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਫਿਕਰ ਤੇ ਉਹਨਾਂ ਦੀ ਜਿਹੜੀ ਯਾਦ ਹੈ ਉਹਨੂੰ ਤਾਜ਼ਾ ਰੱਖਣ ਵਾਸਤੇ ਕੀ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਜਿਹੜੇ ਲੋਕ ਭੁੱਲਣ ਨਾ? ਕਿਉਂਕਿ ਵੈਸੇ ਤਾਂ ਉਹ ਕਹਿੰਦੇ ਸੀ ਕਿ ਜੀ ਸ਼ਾਇਰੀ ਜਿਹੜੀ ਹੈ ਉਹ ਚੰਗੇ ਸ਼ੇਰ ਤੇ ਚੰਗੇ ਬੰਦੇ ਦੋਹਾਂ ਸਦੀਆਂ ਤੀਕਰ ਜੀਣਾ, ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ। ਤੇ ਤੁਸੀਂ ਸਾਨੂੰ ਦੱਸੋ ਵੀ ਕੀ ਕਰਨਾ ਚਾਹੀਦਾ ਹੈ, ਕਿਉਂਕਿ ਤੁਸੀਂ ਆਪ ਸਭ ਰਾਏ ਔਰ ਸ਼ਾਇਰ ਹੋ ਔਰ ਉਹਨਾਂ ਦੇ ਦੋਸਤ ਵੀ ਹੋ, ਤੇ ਕੋਈ ਜਿਹੜੀਆਂ ਨੇ ਤਜਾਵੀਜ਼ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਇਜਾਜ਼ ਭਾਈ, ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਪੰਜਾਬ ਦੀ ਕੋਈ ਵੀ ਗਵਰਨਮੈਂਟ ਹੋਵੇ ਉਹਨੂੰ ਪੰਜਾਬੀ ਜ਼ਬਾਨ ਦੀ ਤਰਵੀਜ ਵਾਸਤੇ, ਪੰਜਾਬੀ ਜ਼ਬਾਨ ਨੂੰ ਵਧਾਉਣ ਵਾਸਤੇ, ਪੰਜਾਬੀ ਜ਼ਬਾਨ ਦੀ ਤਰੱਕੀ ਵਾਸਤੇ ਕੰਮ ਕਰਨਾ ਚਾਹੀਦਾ ਹੈ। ਉਹ ਛੋਟਾ ਮੋਟਾ ਬਜਟ ਹੀ ਆਗਾਜ਼ ਕਰ ਦੇਣ ਨਾ ਕਿ ਇੰਨੇ ਕੁ ਪੈਸੇ ਅਸੀਂ ਪੰਜਾਬੀ ਜ਼ਬਾਨ ਦੀ ਤਰੱਕੀ ਵਾਸਤੇ ਰੱਖੇ ਨੇ, ਤੇ ਉਹ ਇੱਕ ਆਗਾਜ਼ ਹੋ ਜਾਏਗਾ।
ਸਿਰਫ ਤਜਮਲ ਕਲੀਮ ਦਾ ਨਹੀਂ, ਪੰਜਾਬੀ ਜ਼ੁਬਾਨ ਦਾ, ਜਿੰਦਾ ਇੱਕ ਹਿੱਸਾ ਤਜਮਲ ਕਲੀਮ ਹੈ। ਤਜਮਲ ਕਲੀਮ ਦੀ ਸੋਚ, ਫਿਕਰ ਤੇ ਸ਼ਾਇਰੀ ਦੇ ਉੱਤੇ ਬਾਕਾਇਦਾ ਕੰਮ ਕਰਨ ਦੀ ਲੋੜ ਹੈ। ਇਹਦੇ ਤੇ ਬਾਕਾਇਦਾ ਅਪਰੂਵਲ ਹੋਣੀ ਚਾਹੀਦੀ ਹੈ ਕਿ ਤਜਮਲ ਕਲੀਮ ਨੂੰ ਨਿਸਾਬ ਵਿੱਚ ਸ਼ਾਮਲ ਕੀਤਾ ਜਾਵੇ ਪੰਜਾਬ ਗੌਰਮੈਂਟ ਵੱਲੋਂ। ਅਸੀਂ ਜਦੋਂ ਪੜ੍ਹਦੇ ਸਾਂ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਤੇ ਉਦੋਂ ਅਸੀਂ ਬਹੁਤ ਸਾਰੇ ਉਰਦੂ ਦੇ ਜਿਹੜੇ ਬੜੇ ਕਮਾਲ ਲੋਕ ਸਨ, ਉਹਨਾਂ ਦੀਆਂ ਗਜ਼ਲਾਂ ਸਾਡੇ ਨਿਸਾਬ 'ਚ ਸ਼ਾਮਲ ਸਨ। ਉਹ ਆਹਿਸਤਾ ਆਹਿਸਤਾ ਉਹ ਵੀ ਖੈਰ ਖ਼ਤਮ ਕਰ ਦਿੱਤੀਆਂ ਨੇ। ਪਤਾ ਨਹੀਂ ਹੁਣ ਇਹ ਤਾਲੀਮ ਦੀ ਤਰੱਕੀ ਹੈ, ਤਰਬੀਅਤ ਦੀ ਕਮੀ ਹੈ। ਅਸੀਂ ਮੇਰਾ ਉਹਦੇ 'ਚ ਮੰਨਣਾ ਇਹ ਵੇ ਕਿ ਤਜਮਲ ਕਲੀਮ ਦੇ ਉੱਤੇ ਕਮ ਅਜ਼ ਕਮ ਇਸ ਸੂਬਾਈ ਲੈਵਲ ਦੇ ਉੱਤੇ ਗੌਰਮੈਂਟ ਨੂੰ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ। ਬੇਸ਼ੱਕ ਉਹ ਇੱਕ ਤਜਮਲ ਕਲੀਮ ਅਕੈਡਮੀ ਬਣਾ ਦੇਣ, ਉਹਨੂੰ ਬਾਕਾਇਦਾ ਤੌਰ ਦੇ ਉੱਤੇ ਪੰਜਾਬੀ ਜ਼ੁਬਾਨ ਦੀ ਸਿਰਫ ਸ਼ਾਇਰੀ ਦੀ ਨਹੀਂ, ਤਰਵੀਜ ਵਾਸਤੇ, ਤਰੱਕੀ ਵਾਸਤੇ ਇਸਤੇਮਾਲ ਕੀਤਾ ਜਾਵੇ। ਅਸੀਂ ਆਪਣੇ ਤੌਰ ਤੇ ਉੱਤੇ ਕਰਨੇ ਆ। ਅਸੀਂ ਤਜਮਲ ਨੂੰ ਉਹਦੀ ਜ਼ਿੰਦਗੀ ਦੇ ਵਿੱਚ, ਚੂਨੀਆਂ ਦੇ ਵਿੱਚ ਜਿਹੜੀ ਸਾਡੀ ਸਿਟਿੰਗ ਸੀ, ਅਸੀਂ ਉਹਨੂੰ ਨਾਂ ਦਿੱਤਾ ਸੀ ਬਜ਼ਮੇ ਕਲੀਮ, ਕਿਉਂਕਿ ਸਾਡਾ ਤਾਂ ਉਹ ਅੱਖ ਦਾ ਤਾਰਾ ਸੀ, ਸਾਡੇ ਸ਼ਹਿਰ ਦੀ ਸ਼ਾਨ ਸੀ, ਜਿਹਨੇ ਹੁਣ ਪੰਜਾਬੀ ਜ਼ੁਬਾਨ ਦੀ ਤੇ ਪੰਜਾਬ ਦੀ ਸ਼ਾਨ ਵਧਾਈ, ਪੂਰੀ ਦੁਨੀਆ ਦੇ ਵਿੱਚ ਲੋਕਾਂ ਮੰਨਿਆ ਉਹਨੂੰ। ਔਰ ਇਹ ਜਿਹੜਾ ਉਹਦੀ ਫੌਤ ਹੋਣ ਤੇ ਫੀਡਬੈਕ ਆਇਆ, ਤੁਸੀਂ ਉਹਨੂੰ ਵੇਖੋ, ਜੋ ਲੋਕਾਂ ਨੇ ਇਜ਼ਹਾਰ ਕੀਤਾ, ਮਤਲਬ ਉਹ ਇੱਕ ਟੌਪ ਟ੍ਰੈਂਡ ਸੀ ਸੋਸ਼ਲ ਮੀਡੀਆ ਦੇ ਉੱਤੇ ਕਮ ਅਜ਼ ਕਮ 10 ਦਿਨ ਵਾਸਤੇ। ਬੜੇ ਬੜੇ ਵੱਡੇ ਲੋਕ ਗਏ ਨੇ। ਐਡਾ ਵੱਡਾ ਟੌਪ ਟ੍ਰੈਂਡ ਕਿਸੇ ਦੀ ਵਫਾਤ ਦਾ ਬਹੁਤ ਘੱਟ ਆਇਆ। ਤੁਸੀਂ ਗੌਰ ਕਰੋ, ਤੁਸੀਂ ਖੁਦ ਮਾਸ਼ਾਅੱਲਾ ਦੇਖਦੇ ਹੋ ਹਰ ਚੀਜ਼ ਨੂੰ। ਦੂਸਰੀ ਜਿਹੜੀ ਉਹਦੇ 'ਚ ਅਸੀਂ ਕਰਨਾ ਚਾਹ ਰਹੇ ਹਾਂ, ਅਸੀਂ ਤਾਂ ਤਜਮਲ ਦੇ ਬਜ਼ਮੇ ਕਲੀਮ ਇਨਸ਼ਾ ਅੱਲਾਹ ਤਾਲਾ ਉਹ ਜਾਰੀ ਰਹੇਗੀ। ਮੈਂ ਤੇ ਮੇਰੇ ਬਾਕੀ ਸਾਥੀਆਂ ਨੇ, ਇਹਨਾਂ 'ਚ ਰਜ਼ਾ ਹਸਨ ਸਾਹਿਬ ਨੇ, ਖਾਦਮ ਖੋਖਰ ਸਾਹਿਬ ਨੇ, ਮੈਂ ਚੌਧਰੀ ਮਨਜ਼ੂਰ ਸਾਹਿਬ ਸਾਡੇ ਸਾਬਕ MNA ਨੇ ਪੀਪਲਸ ਪਾਰਟੀ ਦੇ ਰੂਏ ਰਵਾਂ ਕਸੂਰ ਤੋਂ, ਉਹ ਸਾਡੇ ਪੁਰਾਣੇ ਦੋਸਤ ਨੇ। ਔਰ ਮੈਂ ਉਹਨਾਂ ਦੇ ਬਹੁਤ ਜ਼ਿਆਦਾ ਇੱਕ ਐਪਰੀਸ਼ੀਏਟ ਕਰਨਾ ਚਾਹਾਂਗਾ ਉਹਨਾਂ ਦੀ ਕਮਿਟਮੈਂਟ ਨੂੰ, ਉਹਨਾਂ ਦੀ ਤਜਮਲ ਨਾਲ ਤੇ ਪੰਜਾਬੀ ਜ਼ੁਬਾਨ ਨਾਲ ਮੁਹੱਬਤ ਨੂੰ। ਉਹਨਾਂ ਨੇ ਹਮੇਸ਼ਾ ਸਾਨੂੰ ਜਿੱਥੇ ਲੋੜ ਪਈ ਹੈ ਜਾਂ ਨਹੀਂ ਲੋੜ ਪਈ, ਉਹਨਾਂ ਕੋਲ ਟਾਈਮ ਨਿਕਲਿਆ, ਉਹਨਾਂ ਨੇ ਸਾਨੂੰ ਵੀ ਦਿੱਤਾ, ਤਜਮਲ ਨੂੰ ਵੀ ਦਿੱਤਾ। ਤੁਸੀਂ ਵੇਖੋ ਤਜਮਲ ਦੇ ਜਨਾਜ਼ੇ 'ਚ ਸ਼ਿਰਕਤ ਕਰਨ ਵਾਸਤੇ ਉਹ ਕਿੰਨੀ ਦੇਰ ਪਹਿਲਾਂ ਆ ਕੇ ਬੈਠੇ ਨੇ ਤੇ ਕਿੰਨੀ ਦੇਰ ਬਾਅਦ ਗਏ ਨੇ। ਸੋ ਅਸੀਂ ਉਹਨਾਂ ਨੂੰ, ਕਸੂਰ ਪ੍ਰੈਸ ਕਲੱਬ ਦੇ ਪ੍ਰੈਜ਼ੀਡੈਂਟ ਨੇ ਖਾਦਮ ਖੋਖਰ ਸਾਹਿਬ, ਉਹਨਾਂ ਨੂੰ, ਇਹ ਸਾਰੇ ਤਜਮਲ ਲਵਰਜ਼ ਨੇ। ਇਹਨਾਂ ਤੋਂ ਇਲਾਵਾ ਅਸੀਂ ਬਾਕੀ ਸਾਰੇ ਦੋਸਤਾਂ ਨੂੰ ਵੀ ਜੁਆਇਨ ਕਰ ਰਹੇ ਹਾਂ। ਅਸੀਂ ਤਜਮਲ ਅਵਾਰਡ ਦਾ ਇਜਰਾ ਕਰਨ ਲੱਗੇ ਹਾਂ। ਆਇੰਦਾ ਸਾਲ ਤੋਂ ਇਨਸ਼ਾ ਅੱਲਾਹ ਤਾਲਾ ਸਾਡੀ ਕੋਸ਼ਿਸ਼ ਇਹ ਵੇ ਕਿ ਪ੍ਰੋਬੇਬਲੀ ਅਸੀਂ ਜਨਵਰੀ ਦੇ ਮਹੀਨੇ ਜਨਵਰੀ ਜਾਂ ਫਰਵਰੀ ਦੇ ਵਿੱਚ ਇਹਨੂੰ ਅਸੀਂ ਰੱਖਾਂਗੇ, ਬਿਹਤਰ ਮੌਸਮ ਦੇ ਵਿੱਚ, ਧੁੰਦਾਂ ਤੋਂ ਬਾਅਦ। ਤੇ ਹਰ ਸਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਇਨਸ਼ਾ ਅੱਲਾਹ ਬਜ਼ਮੇ ਕਲੀਮ ਦੇ ਤਹਿਤ ਇੱਥੇ ਇੱਕ ਇਕੱਠ ਕੀਤਾ ਜਾਵੇ, ਜਿਹਦੇ 'ਚ ਅਸੀਂ ਬਹੁਤ ਸਾਰੇ ਵੱਡੇ ਲੋਕਾਂ ਨੂੰ ਰਿਕੁਐਸਟ ਕਰਾਂਗੇ ਕਿ ਉਹ ਆਉਣ, ਜਿਹੜੇ ਸ਼ਾਇਰੀ ਨਾਲ ਤਾਲੁਕ ਰੱਖਦੇ ਨੇ। ਬਾਕੀ ਤਾਂ ਪਾਕਿਸਤਾਨ ਦੇ ਵੱਡੇ ਲੋਕ ਬਹੁਤ ਸਾਰੇ ਲੋਕ ਨੇ, ਲੇਕਿਨ ਅਸੀਂ ਸਿਰਫ ਸ਼ਾਇਰੀ ਦੇ ਹਵਾਲੇ ਨਾਲ, ਅਦਬ ਨਾਲ ਮੁਹੱਬਤ ਰੱਖਣ ਵਾਲੇ ਲੋਕਾਂ ਨੂੰ ਇੱਥੇ ਇਕੱਠਾ ਕਰਾਂਗੇ। ਔਰ ਸਿਰਫ ਸ਼ਾਇਰੀ ਨਹੀਂ, ਸਾਡੀ ਥੋੜੀ ਡਿਸਕਸ਼ਨ ਹੋਈ ਹੈ ਔਰ ਉਹਦੇ 'ਚ ਮੈਂ ਤਜਵੀਜ਼ ਪੇਸ਼ ਕੀਤੀ ਸੀ ਕਿ ਅਸੀਂ ਪੰਜਾਬੀ ਅਦਬ ਦੀਆਂ 3 ਕਿਤਾਬਾਂ ਦੇ ਉੱਤੇ ਕੋਈ ਨਾ ਕੋਈ ਉਹਨਾਂ ਨੂੰ ਰਿਕਗਨੀਸ਼ਨ ਦੇਣ ਵਾਸਤੇ ਇੱਥੇ ਸਾਲਾਨਾ ਇੱਕ ਇਕੱਠ ਕਰੀਏ, ਜਿਹਦੇ 'ਚ ਹਰ ਸਾਲ ਪੰਜਾਬੀ ਅਦਬ 'ਤੇ ਲਿਖੀਆਂ ਗਈਆਂ 3 ਕਿਤਾਬਾਂ, ਸ਼ਾਇਰੀ ਹੋਵੇ, ਨਸਰ ਹੋਵੇ, ਉਹਨਾਂ ਦੇ ਉੱਤੇ ਕੋਈ ਨਾ ਕੋਈ ਉਹਨਾਂ ਦੇ ਇਜਾਜ਼ 'ਚ, ਉਹਨਾਂ ਕਿਤਾਬਾਂ ਦੇ ਇਜਾਜ਼ 'ਚ ਇੱਥੇ ਇਕੱਠ ਵੀ ਰੱਖਿਆ ਜਾਵੇ। ਤਜਮਲ ਕਲੀਮ ਦੀ ਯਾਦ ਵੀ ਸਾਲਾਨਾ ਤੌਰ ਦੇ ਉੱਤੇ ਬਜ਼ਮੇ ਕਲੀਮ ਦੇ ਤਹਿਤ ਮਨਾਈ ਜਾਵੇ। ਔਰ ਉਹਦੇ 'ਚ ਅਸੀਂ ਚਾਹਾਂਗੇ, ਅਸੀਂ ਫਿਰ ਉਹ ਲੋਕਾਂ ਨੂੰ ਰਿਕੁਐਸਟ ਵੀ ਕਰਾਂਗੇ, ਜਿਹੜੇ ਲੋਕ ਉਹਦੇ ਵਿੱਚ ਅਸੀਂ ਜੱਜ ਬਣਾਵਾਂਗੇ, ਔਰ ਤਾਂ ਕਿ ਇਹਨੂੰ ਅਸੀਂ ਬਿਲਕੁਲ ਇੱਕ ਮੈਰਿਟ ਦੇ ਉੱਤੇ, ਸਿਫਾਰਿਸ਼ ਦੇ ਉੱਤੇ ਨਹੀਂ, ਜਿਵੇਂ ਆਮ ਤੌਰ ਦੇ ਉੱਤੇ ਪਾਕਿਸਤਾਨ ਦਾ ਰਿਵਾਜ ਹੈ ਕਿ ਹਰ ਗੱਲ 'ਚ ਥੋੜ੍ਹੀ ਬਹੁਤੀ ਆ ਜਾਂਦੀ ਹੈ ਮਿਲਾਵਟ ਵੀ, ਹਰ ਗੱਲ 'ਚ ਥੋੜ੍ਹੀ ਬਹੁਤੀ ਆ ਜਾਂਦੀ ਹੈ ਕਿ ਸਿਫਾਰਿਸ਼ ਚੱਲ ਜਾਂਦੀ ਹੈ। ਅਸੀਂ ਇਨਸ਼ਾ ਅੱਲਾਹ ਤਾਲਾ ਇਹ ਕੋਸ਼ਿਸ਼ ਕਰਾਂਗੇ, ਆਪਦੀ ਬਿਹਤਰੀਨ ਕੋਸ਼ਿਸ਼ ਕਰਾਂਗੇ ਕਿ ਬਗੈਰ ਮਿਲਾਵਟ ਤੋਂ
ਬਗੈਰ ਸਿਫਾਰਿਸ਼ ਤੋਂ ਪਿਓਰਲੀ ਜਿਹੜੀ ਮੈਰਿਟ ਤੇ ਕਿਤਾਬ ਹੋਏਗੀ, ਕੋਈ ਗਰੁੱਪਬੰਦੀ ਨਹੀਂ ਹੋਏਗੀ ਉਹਦੇ 'ਚੋਂ, ਸਿਰਫ ਤਜਮਲ ਲਵਰਸ ਕਰਨਗੇ ਇਨਸ਼ਾਅੱਲਾ ਅਲ ਅਜ਼ੀਜ਼। ਬਜ਼ਮੇ ਕਲੀਮ ਦੇ ਤਹਿਤ ਤਜਮਲ ਦਿਹਾੜ ਅੱਲਾ ਖੈਰ ਰੱਖੇ ਤਾਂ ਜ਼ਰੂਰ ਮਨਾਵਾਂਗੇ। ਜੀ ਰਾਣਾ ਸਾਹਿਬ, ਬਹੁਤ ਸ਼ੁਕਰੀਆ। ਤੁਸੀਂ ਬੜੀ ਮੁਹੱਬਤ ਦੇ ਨਾਲ ਔਰ ਬੜੀ ਜਨਾਬ ਇੱਕ ਗਹਿਰਾਈ ਦੇ ਨਾਲ ਆਪਣੀ ਜ਼ਿੰਦਗੀ ਦਾ ਜਿਹੜਾ ਨਿਚੋੜ ਹੈ ਉਸਤਾਦ ਤਜਮਲ ਕਲੀਮ ਹੋਰਾਂ ਦੇ ਹਵਾਲੇ ਨਾਲ, ਉਹਨਾਂ ਨਾਲ ਜਿਹੜਾ ਤੁਹਾਡਾ ਵਕਤ ਗੁਜ਼ਰਿਆ ਹੈ, ਜੋ ਆਬਜ਼ਰਵੇਸ਼ਨ ਤੁਹਾਡੀਆਂ ਸਨ, ਜੋ ਤੁਹਾਡੇ ਐਕਸਪੀਰੀਅੰਸਸ ਸਨ ਔਰ ਤੁਸੀਂ ਸਾਡੇ ਨਾਲ ਸ਼ੇਅਰ ਕੀਤੀਆਂ ਨੇ, ਉਮੀਦ ਹੈ ਕਿ ਸਾਡੇ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ, ਚਾਹਣ ਵਾਲਿਆਂ ਨੂੰ ਜਿਹੜੀ ਉਹ ਪਸੰਦ ਆਉਣਗੀਆਂ। ਤੇ ਮਿਲਦੇ ਆ ਇੱਕ ਨਈ ਜਿਹੜੀ ਐਪੀਸੋਡ ਦੇ ਨਾਲ। ਤੇ ਬਾਕੀ ਜਿਹੜੇ ਦੋਸਤ ਹੈਗੇ ਨੇ ਉਸਤਾਦ ਤਜਮਲ ਕਲੀਮ ਦੇ, ਉਹਨਾਂ ਨਾਲ ਅਸੀਂ ਸਿਲਸਿਲਾ ਜਾਰੀ ਰੱਖਾਂਗੇ ਤੇ ਸਾਡੇ ਨਾਲ ਤੁਸੀਂ ਜੁੜੇ ਰਹੋ। ਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਤੁਹਾਨੂੰ ਜਿੰਨੇ ਵੀ ਉਸਤਾਦ ਤਜਮਲ ਕਲੀਮ ਦੇ ਕਰੀਬੀ ਔਰ ਅੱਛੇ ਔਰ ਪਿਆਰੇ ਦੋਸਤ ਨੇ, ਸ਼ਾਇਰ ਨੇ, ਉਹਨਾਂ ਨਾਲ ਅਸੀਂ ਮਿਲਾਨ ਦਾ ਸਿਲਸਿਲਾ ਜਿਹੜਾ ਜਾਰੀ ਰੱਖੀਏ।